गाइस ਤੁਹਾਡਾ ਸਭ ਦਾ ਕੀ ਹਾਲ ਚਾਲ ਐਂਡ ਆਈ ਹੋਪ ਸਾਰੇ ਵਧੀਆ ਹੋਗੇ। ਵੀਡੀਓ ਪੂਰੀ ਦੇਖਿਓ ਐਂਡ ਤੱਕ ਦੇਖਿਓ। ਅਗਰ ਪਸੰਦ ਆਈ ਲਾਈਕ ਕਰਿਓ, ਕਮੈਂਟ ਕਰਿਓ ਐਂਡ ਅਗਰ ਤੁਸੀਂ ਆਪਣੇ ਫਰੈਂਡਸ ਨੂੰ ਨੌਲੇਜ ਦੇਣਾ ਚਾਹੁੰਦੇ ਹੋ ਸ਼ੇਅਰ ਕਰਿਓ ਵੀਡੀਓ। ਓਕੇ, ਜ਼ਿਆਦਾ ਟਾਈਮ ਨਾ ਵੇਸਟ ਕਰਦੇ ਆਪਾਂ ਅੱਜ ਫਿਰ ਗੱਲ ਕਰਦੇ ਹਾਂ ਰਿਸੈਸ਼ਨ ਬਾਰੇ। ਰਿਸੈਸ਼ਨ ਦਾ ਮਤਲਬ ਕੀ ਆ? ਰਿਸੈਸ਼ਨ ਦਾ ਮਤਲਬ ਜਦੋਂ ਪੂਰੀ ਦੁਨੀਆ 'ਚ ਸਲੋ ਡਾਊਨ ਹੁੰਦਾ ਜਾਂ ਕਿਸੇ ਕੰਟਰੀ ਦੇ ਵਿੱਚ ਸਲੋ ਡਾਊਨ ਆ ਜਾਂਦਾ ਐਂਡ ਜੋਬ ਲੇ ਆਫ ਹੋਣੇ ਸਟਾਰਟ ਹੋ ਜਾਂਦੀਆਂ ਆ, ਲੋਕਾਂ ਦੀ ਨੌਕਰੀ ਚੱਲ ਜਾਂਦੀਆਂ ਆ, ਲੋਕਾਂ ਦੇ ਘਰ ਚੱਲ ਜਾਂਦੇ ਆ, ਲੋਕਾਂ ਦੇ ਬਿਜ਼ਨੈਸਿਸ ਬੰਦ ਹੋ ਜਾਂਦੇ ਆ। ਬੇਸਿਕਲੀ ਪੂਰੀ ਇਕੋਨਮੀ ਸ਼ਟ ਡਾਊਨ ਦੇ ਬਰਾਬਰ ਸਲੋ ਡਾਊਨ ਹੋ ਜਾਂਦੀ ਆ। ਬਹੁਤ ਨੁਕਸਾਨ ਹੁੰਦੇ ਵੱਡੇ ਵੱਡੇ ਐਂਡ ਲੋਕੀ ਉਸ ਟਾਈਮ ਹਾਰਡਸ਼ਿਪ ਦੇ ਵਿੱਚੋਂ ਨਿਕਲਣ ਦੇ ਫਾਈਨੈਂਸ਼ੀਅਲ ਹਾਰਡਸ਼ਿਪ ਬਹੁਤ ਔਖੀ ਆ। ਬੜੇ ਲੋਕੀ ਸੁਸਾਈਡ ਕਰਦੇ ਆ, ਬਹੁਤ ਪੰਗਾ ਪੈਂਦਾ ਹੈ ਰਾਈਟ। ਇਸ ਟਾਈਮ ਆਪਾਂ ਕਾਈਂਡ ਆਫ ਰਿਸੈਸ਼ਨ ਦੇ ਵਿੱਚ ਆ ਐਂਡ ਫੈਡ ਕਹਿ ਰਹੀ ਆ ਜਾਂ ਅਮਰੀਕਨ ਗਵਰਨਮੈਂਟ ਕਹਿ ਰਹੀ ਆਪਾਂ ਰਿਸੈਸ਼ਨ ਦੇ ਵਿੱਚ ਨਹੀਂ ਆ, ਬਟ ਮੈਨੂੰ ਲੱਗਦਾ ਆਪਾਂ ਰਿਸੈਸ਼ਨ ਦੇ ਵਿੱਚ ਆਲਰੇਡੀ ਹੈਗੇ ਆ ਬਿਕੋਜ਼ ਸਟੋਕ ਮਾਰਕੀਟ 2022 ਦੇ ਵਿੱਚ ਪੂਰੀ ਕ੍ਰੈਸ਼ ਰਹੀ। 2023 ਦਾ ਪਹਿਲਾ ਕੁਆਰਟਰ ਲੰਘ ਗਿਆ, ਮਾਰਚ ਦਾ ਮਹੀਨਾ ਆ ਗਿਆ, ਹਜੇ ਵੀ ਮਾਰਕੀਟ ਥੱਲੇ ਡਿੱਗ ਰਹੀ ਆ। ਕੱਲ ਰਿਪੋਰਟ ਆਈ ਹੈ ਇਨਫਲੇਸ਼ਨ ਦੀ ਕਿ ਇਨਫਲੇਸ਼ਨ ਹਜੇ ਵੀ ਕੰਟਰੋਲ 'ਚ ਨਹੀਂ ਆ ਰਹੀ ਐਂਡ ਫੈਡ ਨੇ ਕਿਹਾ ਆ ਕਿ ਉਹਨਾਂ ਨੇ ਇੰਟਰਸਟ ਰੇਟ ਉਦੋਂ ਤੱਕ ਵਧਾਉਣੇ ਬੰਦ ਨਹੀਂ ਕਰਨੇ ਜਦੋਂ ਤੱਕ ਇਨਫਲੇਸ਼ਨ ਕੰਟਰੋਲ ਨਹੀਂ ਆਉਂਦੀ। ਸੋ ਇੰਟਰਸਟ ਰੇਟ ਕਿਸ ਤਰ੍ਹਾਂ ਅਸਰ ਕਰਦੇ ਆ ਸਟੋਕ ਮਾਰਕੀਟ 'ਤੇ, ਇਹ ਮੈਂ ਤੁਹਾਨੂੰ ਸਮਝਾਉਂਦਾ ਆ। ਹੁਣ ਕੀ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਤੁਸੀਂ ਇਮੈਜਿਨ ਕਰੋ ਕਿ ਸਟੋਕ ਮਾਰਕੀਟ ਪਹਿਲਾਂ ਬੜੀ ਉੱਪਰ ਜਾ ਰਹੀ ਸੀ, ਇੰਟਰਸਟ ਰੇਟ ਥੱਲੇ ਸੀਗੇ। ਵਾਈ? ਕਿਉਂਕਿ ਲੋਕਾਂ ਕੋਲ ਪੈਸਾ ਸੀਗਾ, ਲੋਕੀ ਪੈਸੇ ਸਪੈਂਡ ਕਰਦੇ ਸੀ, ਲੋਕੀ ਮਾਰਕੀਟ 'ਚ ਪੈਸਾ ਲਾਉਂਦੇ ਸੀ, ਸਟੋਕ ਉੱਪਰ ਜਾਂਦੇ ਸੀ। ਸਟੋਕ ਉੱਪਰ ਕਿਸ ਤਰ੍ਹਾਂ ਜਾਂਦੇ ਸੀਗੇ? ਬਿਕੋਜ਼ ਆਪਾਂ ਸਟੋਕ ਇੱਕ ਕੀ ਆ, ਸਟੋਕ ਇੱਕ ਕੰਪਨੀਆਂ ਆ, ਨਾਈਕੀ ਦੇ ਸਟੋਕ, ਐਪਲ ਦੇ ਸਟੋਕ ਰਾਈਟ। ਸੋ ਜਦੋਂ ਲੋਕੀ ਇਹ ਕੰਪਨੀਆਂ ਤੋਂ ਚੀਜ਼ਾਂ ਬਾਏ ਕਰਦੇ ਆ, ਉਹਨਾਂ ਦੀ ਅਰਨਿੰਗ ਪਰ ਸ਼ੇਅਰ ਵਧੀਆ ਆਉਂਦੀ ਆ ਤਾਂ ਉਹਨਾਂ ਦੀ PE ਰੇਸ਼ੋ ਵਧੀਆ ਉੱਪਰ ਜਾਂਦੀ ਹੈ ਤੇ ਸਟੋਕ ਵੀ ਉੱਪਰ ਜਾਂਦਾ ਆ। ਸੋ ਬੇਸਿਕਲੀ ਜਦੋਂ ਆਪਾਂ ਕਿਸੇ ਕੰਪਨੀ ਦੇ ਪੈਸੇ ਲਗਾਉਂਦੇ ਆ, ਕੰਪਨੀ ਦੀ ਅਰਨਿੰਗ ਵਧੀਆ ਆਉਂਦੀ ਤੇ ਸਟੋਕ ਉੱਪਰ ਜਾਂਦਾ ਆ। ਸੋ ਸਟੋਕ ਥੱਲੇ ਕਿਉਂ ਆ ਰਹੇ ਆ, ਰਿਸੈਸ਼ਨ ਕਿਉਂ ਆ ਰਿਹਾ? ਬਿਕੋਜ਼ ਫੈਡ ਨੇ ਕੀ ਕਿਹਾ? ਉਹਨਾਂ ਨੇ ਕਿਹਾ ਕਿ ਮਹਿੰਗਾਈ ਬੜੀ ਵੱਧ ਰਹੀ ਆ, ਸਾਨੂੰ ਇੰਟਰਸਟ ਰੇਟ ਵਧਾਉਣੇ ਪੈਣੇ ਆ ਐਂਡ ਉਹਨਾਂ ਨੇ ਪਿਛਲੇ ਸਾਲ ਦੇ ਇੰਟਰਸਟ ਰੇਟ ਵਧਾਉਣੇ ਸ਼ੁਰੂ ਕੀਤੇ। ਹੁਣ ਜਦੋਂ ਇੰਟਰਸਟ ਰੇਟ ਥੱਲੇ ਸੀਗੇ, ਸਾਰੇ ਲੋਕੀ ਪੈਸਾ ਬੋਰੋ ਕਰਦੇ ਸੀ, ਲੋਕੀ ਅੰਨੇਵਾਹ ਸਪੈਂਡਿੰਗ ਕਰਦੇ ਸੀਗੇ, ਕੋਈ ਟੈਨਸ਼ਨ ਨਹੀਂ ਰਾਈਟ। ਹੁਣ ਜਦੋਂ ਪੈਸੇ ਬੋਰੋ ਕਰਨੇ ਮਹਿੰਗੇ ਹੋ ਗਏ ਆ, ਸੋ ਜਦੋਂ ਹੁਣ ਪੈਸੇ ਬੋਰੋ ਨਹੀਂ ਕਰ ਪਾਉਂਦੇ ਆਪਾਂ ਤੇ ਆਪਾਂ ਅੰਨੇਵਾਹ ਸਪੈਂਡ ਨਹੀਂ ਕਰ ਪਾਵਾਂਗੇ। ਸੋ ਉਹਦੇ ਨਾਲ ਕੀ ਹੋਊਗਾ? ਜਦੋਂ ਆਪਾਂ ਸਪੈਂਡ ਨਹੀਂ ਕਰਾਂਗੇ, ਕੰਪਨੀਆਂ ਨੂੰ ਕਮਾਈ ਨਹੀਂ ਹੋਊਗੀ ਤੇ ਕੰਪਨੀਆਂ ਦੇ ਸਟੋਕ ਥੱਲੇ ਜਾਊਗੇ, ਅਰਨਿੰਗ ਮਾੜੀ ਆਊਗੀ ਰਾਈਟ। ਸੋ ਇਸ ਤਰ੍ਹਾਂ ਰਿਸੈਸ਼ਨ ਕ੍ਰੀਏਟ ਹੋਊਗਾ ਕਿਉਂਕਿ ਜਦੋਂ ਕੰਪਨੀ ਦੀ ਅਰਨਿੰਗ ਮਾੜੀ ਆਉਂਦੀ ਆ ਉਦੋਂ ਕੰਪਨੀਆਂ ਆਪਣੇ EMPLOYEES ਨੂੰ ਲੇ ਆਫ ਕਰਦੀਆਂ ਆ। ਜਦੋਂ EMPLOYEES ਲੇ ਆਫ ਹੁੰਦੇ ਆ, ਇਹ ਸਾਈਕਲ ਹੈ ਰਾਈਟ। ਸਪੋਜ਼ ਕਰੋ ਕੋਈ ਬੰਦਾ 에ਅਰਲਾਈਨ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਆ ਐਂਡ ਲੋਕਾਂ ਕੋਲ ਪੈਸੇ ਨਹੀਂ ਹੈ ਕਿਉਂਕਿ ਲੋਕੀ ਬੋਰੋ ਨਹੀਂ ਕਰਦੇ, ਲੋਕੀ ਸਪੈਂਡ ਨਹੀਂ ਕਰ ਰਹੇ। ਸੋ ਕੋਈ ਬੰਦਾ ਅਗਰ ਟਰੈਵਲ ਕਰੂਗਾ, ਟਰੈਵਲ ਕਰਨਾ ਘਟਾਊਗਾ। ਸੋ ਜਿੰਨੇ ਵੀ ਲੋਕੀ ਟਰੈਵਲ ਕੰਪਨੀ ਜਾਂ 에ਅਰਲਾਈਨ ਕੰਪਨੀ 'ਚ ਕੰਮ ਕਰਦੇ ਆ ਉਹ ਹੁਣ ਕੱਪੜੇ ਨਹੀਂ ਖਰੀਦੂਗੇ ਮਹਿੰਗੇ ਮਹਿੰਗੇ। ਉਹ ਕੱਪੜੇ ਜਿਹੜੀ ਕੰਪਨੀ ਵੇਚਦੀ ਆ ਉਹ ਆਪਣੇ EMPLOYEES ਨੂੰ ਲੇ ਆਫ ਕਰੂਗੀ ਰਾਈਟ। ਸੋ ਉਹ ਜਿਹੜੇ EMPLOYEES ਜਿੱਥੇ ਇੱਥੇ ਸ਼ੋਪਿੰਗ ਕਰਦੇ ਆ ਉਹ ਆਪਣੇ EMPLOYEES ਨੂੰ ਲੇ ਆਫ ਕਰੂਗੀ। ਸੋ ਇਸ ਤਰ੍ਹਾਂ ਇਹ ਸਾਈਕਲ ਸਾਰੀ ਇਕੋਨਮੀ ਕਨੈਕਟਡ ਆ। ਸੋ ਫੈਡ ਇੰਟਰਸਟ ਰੇਟ ਵਧਾ ਰਹੀ ਆ, ਬੋਰੋ ਕਰਨਾ ਮਹਿੰਗਾ ਹੋ ਰਿਹਾ ਆ, ਲੋਕੀ ਫਾਲਤੂ ਚੀਜ਼ਾਂ ਲੈਣੀਆਂ ਬੰਦ ਕਰ ਦਿੰਦੇ, ਮਹਿੰਗੀ ਮਹਿੰਗੀ ਗੱਡੀਆਂ ਡੈਟ ਤੇ, ਵਕੇਸ਼ਨਾਂ ਡੈਟ ਤੇ। ਸੋ ਇਸ ਤਰ੍ਹਾਂ ਰਿਸੈਸ਼ਨ ਆ ਰਿਹਾ ਆ ਐਂਡ ਸਟੋਕ ਮਾਰਕੀਟ ਬਹੁਤ ਹੀ ਥੱਲੇ ਜਾ ਰਹੀ ਆ ਐਂਡ ਇਸ ਟਾਈਮ ਜਿਹੜੇ ਲੋਕੀ ਪੈਸਾ ਲਾਉਂਦੇ ਸੀਗੇ ਪਹਿਲਾਂ ਬੜੀ ਮਾਰਕੀਟ ਉੱਪਰ ਜਾਂਦੀ ਸੀ, ਉਹ ਲੋਕੀ ਡਰਦੇ ਪਏ ਕਿ ਨਹੀਂ ਯਾਰ ਰਿਸੈਸ਼ਨ ਆ, ਪੈਸਾ ਨਹੀਂ ਲਗਾਉਣਾ। ਬਟ ਬੜੀ ਕਿਤਾਬਾਂ 'ਚ ਵੀ ਲਿਖਿਆ ਗਿਆ ਐਂਡ ਹਿਸਟਰੀ 'ਚ ਬਹੁਤ ਵੀ ਬੜੀ ਪ੍ਰੂਵ ਕੀਤਾ ਗਿਆ ਆ ਕਿ ਮੋਸਟਲੀ ਮਲਟੀ ਮਿਲੀਅਨਰ ਲੋਕੀ ਕਦੋਂ ਬਣਦੇ ਆ ਜਦੋਂ ਰਿਸੈਸ਼ਨ ਆਉਂਦਾ। ਬਿਕੋਜ਼ ਵਾਰਨ ਬਫੇ ਨੇ ਵੀ ਕਿਹਾ ਕਿ ਵੈਨ ਪੀਪਲ ਆਰ ਗਰੀਡੀ ਬੀ ਇਨ ਫੇਅਰ ਐਂਡ ਵੈਨ ਪੀਪਲ ਆਰ ਇਨ ਫੇਅਰ ਬੀ ਗਰੀਡੀ। ਕਿ ਜਦੋਂ ਲੋਕੀ ਫੇਅਰ ਦੇ ਵਿੱਚ ਹੁੰਦੇ, ਡਰ ਦੇ ਵਿੱਚ ਹੁੰਦੇ ਆ, ਉਦੋਂ ਤੁਸੀਂ ਲਾਲਚੀ ਬਣੋ ਐਂਡ ਜਦੋਂ ਲੋਕੀ ਲਾਲਚੀ ਹੁੰਦੇ ਆ ਤੁਸੀਂ ਡਰੋ। ਸੋ ਬਟ ਆਪਾਂ ਇੱਕ ਹਿਊਮਨ ਨੇਚਰ ਆ, ਆਪਾਂ ਡਰ ਜਾਂਦੇ ਕਿ ਹਾਈ ਮਾਰਕੀਟ ਕ੍ਰੈਸ਼ ਹੋ ਰਹੀ, ਹਾਈ ਪੈਸਾ ਥੱਲੇ ਜਾ ਰਿਹਾ ਰਾਈਟ, ਪੈਸੇ ਕਢਾ ਲਓ। ਬਟ ਮੈਂ ਕੀ ਕਰ ਰਿਹਾ ਪਰਸਨਲੀ, ਮੈਂ ਇਸ ਟਾਈਮ ਬਹੁਤ ਹੈਵਲੀ ਪੈਸੇ ਇਨਵੈਸਟ ਕਰ ਰਿਹਾ ਆ ਐਂਡ ਮੈਂ ਸੇਫ ਵੀ ਖੇਡ ਰਿਹਾ, ਸੇਫ ਕੰਪਨੀਆਂ ਦੇ ਵਿੱਚ ਵੀ ਪੈਸਾ ਪਾ ਰਿਹਾ ਆ। ਐਂਡ ਮੈਂ ਵੀਡੀਓ ਬਣਾਉਣ ਦਾ ਪਰਪਸ ਇਹ ਆ ਮੇਰੀ ਸਪੈਸ਼ਲੀ ਅੱਜ ਦੀ ਆਹ ਵੀਡੀਓ ਕਿ ਰਿਸੈਸ਼ਨ ਦੇ ਟਾਈਮ ਦੇ ਕਿਹੜੇ ਸਟੋਕ ਸਾਨੂੰ ਜ਼ਿਆਦਾ ਵਧੀਆ ਆ, ਕਿਸ ਤਰ੍ਹਾਂ ਉਹ ਸਟੋਕ ਸਾਨੂੰ ਇੱਕ ਥੋੜ੍ਹੀ ਸੇਫਟੀ ਪ੍ਰੋਵਾਈਡ ਕਰ ਸਕਦੇ ਆ। ਇਹ ਨਹੀਂ ਕਹੂੰਗਾ ਰਿਟਰਨ ਦਊਗੇ ਵਧੀਆ ਜਾਂ 100% ਸੇਫਟੀ ਕਿਤੇ ਵੀ ਨਹੀਂ ਹੁੰਦੀ, ਕੋਈ ਵੀ ਕੰਪਨੀ ਡੁੱਬ ਸਕਦੀ ਆ। ਬਟ ਰਿਸੈਸ਼ਨ ਦੇ ਟਾਈਮ ਕਿਹੜੇ ਸਟੋਕ ਜਿਹੜੇ ਘੱਟ ਥੱਲੇ ਜਾਂਦੇ ਆ ਐਂਡ ਤੁਹਾਨੂੰ ਥੋੜ੍ਹੀ ਜਿਹੀ ਸੇਫਟੀ ਪ੍ਰੋਵਾਈਡ ਕਰ ਸਕਦੇ ਆ। ਪਹਿਲਾਂ ਮੈਂ ਸੈਕਟਰ ਦੀ ਗੱਲ ਕਰਨੀ ਚਾਹਾਂਗਾ, ਉਹ ਸੈਕਟਰ ਹੈਗਾ ਫੂਡ ਸੈਕਟਰ। ਕਿਉਂਕਿ ਜਦੋਂ ਆਪਾਂ ਸਾਰਿਆਂ ਨੂੰ ਪਤਾ ਆ ਕਿ ਜਦੋਂ ਰਿਸੈਸ਼ਨ ਆਉਂਦਾ ਆ, ਜੋਬਾਂ ਚੱਲ ਜਾਂਦੀਆਂ ਆ, ਸਾਡੇ ਫਾਈਨੈਂਸ਼ੀਅਲ ਥੋੜ੍ਹੇ ਹਾਰਡਸ਼ਿਪ ਆ ਜਾਂਦੀ, ਥੋੜ੍ਹਾ ਔਖਾ ਟਾਈਮ ਆ ਜਾਂਦਾ, ਆਪਾਂ ਕੀ ਕਰਦੇ ਹਾਂ? ਆਪਾਂ ਬਾਹਰ ਜਾਣਾ ਬੰਦ ਕਰਦੇ ਹਾਂ, ਬਾਹਰ ਮਹਿੰਗੀ ਮਹਿੰਗੀ ਚੀਜ਼ਾਂ ਖਾਣੀਆਂ, ਮਹਿੰਗੇ ਮਹਿੰਗੇ ਕੱਪੜੇ ਖਾਣੇ, ਲਗਜ਼ਰੀ ਚੀਜ਼ਾਂ ਤੋਂ ਆਪਾਂ ਥੋੜ੍ਹਾ ਜਿਹਾ ਪਿੱਛੇ ਹਟ ਜਾਂਦੇ ਹਾਂ ਰਾਈਟ। ਪਰ ਆਪਾਂ ਇੱਕ ਚੀਜ਼ ਕਦੀ ਨਹੀਂ ਅਵੋਇਡ ਕਰ ਸਕਦੇ, ਉਹ ਆ ਕਿਹੜੀ ਹੈ ਤੁਸੀਂ ਦੱਸੋ? ਉਹ ਆ ਰੋਟੀ ਖਾਣੀ ਰਾਈਟ। ਸੋ ਆਪਾਂ ਕਦੀ ਵੀ ਰੋਟੀ ਖਾਣੀ ਨਹੀਂ ਬੰਦ ਕਰ ਸਕਦੇ, ਆਪਾਂ ਗਰੋਸਰੀ ਹਮੇਸ਼ਾ ਕਰਾਂਗੇ। ਆਪਾਂ ਬਾਹਰ ਜਦੋਂ ਜਾਣਾ ਘਟਾਤਾ ਤੇ ਆਪਾਂ ਘਰੇ ਤੇ ਖਾਣਾ ਨਾ, ਭੁੱਖੇ ਤੇ ਮਰ ਨਹੀਂ ਜਾਣਾ। ਸੋ ਜਿਹੜੇ ਸਟੋਕ ਆ ਕੋਸਕੋ, ਵੋਲਮਾਰਟ,
ਰਾਈਟ, ਇੱਕ ਹੋਲਸੇਲ ਕਲੱਬ ਅਪ ਸਟਾਕ ਹੈਗਾ US ਦੇ ਵਿੱਚ, ਸਮਥਿੰਗ ਲਾਈਕ ਦੈਟ ਜਾਂ। ਸੋ ਉਹ ਸਟਾਕ ਹਮੇਸ਼ਾ ਇੱਕ ਸੇਫਟੀ ਦਿੰਦੇ ਆ। ਮੈਂ ਐਡਵਾਈਸ ਨਹੀਂ ਦਿੰਦਾ ਬਾਏ ਕਰੋ, ਬਟ ਮੈਨੂੰ ਲੱਗਦਾ ਕਿ ਉਹ ਸਟਾਕ ਵਧੀਆ ਰਹਿੰਦੇ ਆ ਰਿਸੈਸ਼ਨ ਦੇ ਟਾਈਮ, ਰਾਈਟ। ਦੂਸਰੇ ਕਿਹੜੇ ਸਟਾਕ ਆ ਜਿਹੜੇ ਰਿਸੈਸ਼ਨ ਦੇ ਟਾਈਮ ਵਧੀਆ ਤੁਹਾਨੂੰ ਇੱਕ ਸੇਫਟੀ ਦਿੰਦੇ ਆ? ਵੇਸਟ ਮੈਨੇਜਮੈਂਟ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਿੰਨਾ ਮਰਜ਼ੀ ਰਿਸੈਸ਼ਨ ਆ ਜੇ, ਹੁਣ ਜਿਹੜੇ ਸਵੇਰੇ ਕੂੜਾ ਚੁੱਕਣ ਵਾਲਾ ਟਰੱਕ ਆਉਂਦਾ ਆ, ਉਹਨੇ ਤੇ ਆਉਣਾ ਹੀ ਆਣਾ ਨਾ, ਉਹਨਾਂ ਦੀ ਅਰਨਿੰਗ ਤੇ ਕੋਈ ਇਫੈਕਟ ਨਹੀਂ ਪੈਣਾ, ਕਿਉਂਕਿ ਕੂੜਾ ਤੇ ਉਹਨਾਂ ਹੀ ਜਾਣਾ, ਰਾਈਟ। ਲੋਕੀ ਘਰ ਰਹਿਣੇ, ਲੋਕੀ ਬਾਹਰ ਜਾਣ, ਕੂੜਾ ਤੇ ਜਾਣਾ ਹੀ ਆ। ਕੰਪਨੀਆਂ 'ਚ ਲੋਕਾਂ ਨੇ ਕੰਮ ਤੇ ਜਾਣਾ, ਕੂੜਾ ਤੇ ਜਾਣਾ ਹੀ ਆ, ਰਾਈਟ। ਸੋ ਵੇਸਟ ਮੈਨੇਜਮੈਂਟ ਕੰਪਨੀ, ਵੇਸਟ ਕਨੈਕਸ਼ਨ ਕੈਨੇਡਾ 'ਚ ਇਹਨਾਂ ਦੇ ਸਟਾਕ ਵੀ ਸਟੇਬਲ ਆ, ਵੈਲਿਊ ਕੰਪਨੀਆਂ ਉੱਪਰ ਥੱਲੇ ਨਹੀਂ ਜਾਂਦੇ। ਤੀਸਰੇ ਸਟਾਕ ਕਿਹੜੇ ਆਏ? ਤੀਸਰੇ ਸਟਾਕ ਆ ਗਏ ਦਵਾਈਆਂ ਵਾਲੇ, ਰਾਈਟ। ਹੁਣ ਜਦੋਂ ਕੋਈ ਬੰਦਾ ਬਿਮਾਰ ਹੋਇਆ, ਕੋਈ ਬੰਦਾ ਇਹ ਤੇ ਨਹੀਂ ਕਹੂਗਾ ਨਾ ਯਾਰ ਰਿਸੈਸ਼ਨ ਚੱਲਣ ਦਿਆ ਆ, ਪੈਸੇ ਥੋੜੇ ਆ, ਦਵਾਈ ਨਾ ਖਾਈਏ, ਰਾਈਟ। ਦਵਾਈ ਖਾ ਕੇ ਤੇ ਹੋਰ ਖਰਚਾ ਹੋਊਗਾ, ਬਾਅਦ 'ਚ ਹੋਰ ਮਰੂਗਾ ਬੰਦਾ। ਸੋ ਇਸ ਤੋਂ ਚੰਗਾ ਲੋਕੀ ਭੱਜੇ ਜਾਂਦੇ ਕਿ ਦਵਾਈ ਲਈਏ। ਐਂਡ ਜਦੋਂ ਰਿਸੈਸ਼ਨ ਚੱਲਦਾ ਪਿਆ ਆ, ਜੋਬ ਚਲ ਗਈ ਆ, ਸਟ੍ਰੈਸ ਆ, ਜੋ ਸਟ੍ਰੈਸ ਆਉਂਦਾ ਬੰਦੇ ਨੂੰ, ਸਟ੍ਰੈਸ ਤੋਂ ਬਾਅਦ ਕੀ ਹੁੰਦਾ ਆ? ਬਲੱਡ ਪ੍ਰੈਸ਼ਰ, ਰਾਈਟ, ਸਿਕਨੈਸ। ਜੋ ਸਿਕਨੈਸ ਆਉਣੀ ਆ, ਲੋਕਾਂ ਨੇ ਕਿੱਥੇ ਜਾਣਾ ਆ? ਦਵਾਈਆਂ ਲੈਣ। ਦਵਾਈਆਂ ਕਿੱਥੋਂ ਆਉਂਦੀਆਂ? ਜੌਨਸਨ ਐਂਡ ਜੌਨਸਨ, ਪ੍ਰੋਕਟਰ ਐਂਡ ਗੈਂਬਲ, ਐਬਵਾਈ, ਮਰਕ, ਫਾਈਜ਼ਰ ਕੰਪਨੀਆਂ, ਮਡਰਨਾ, ਰਾਈਟ। ਸੋ ਇਹ ਸਾਰੀ ਕੰਪਨੀਆਂ ਵਧੀਆ ਕੰਪਨੀਆਂ। ਜੌਨਸਨ ਦਾ ਤੁਸੀਂ ਚਾਰਟ ਖੋਲ ਕੇ ਦੇਖ ਲਓ, ਕਿੰਨੀ ਸਟੇਬਲ ਕੰਪਨੀ, ਪਿਛਲੇ ਕਿੰਨੇ ਸਾਲਾਂ ਤੋਂ ਡਿਵੀਡੈਂਡ ਵੀ ਵਧੀਆ ਦਿੰਦੀ ਆ। ਅਗੇਨ ਐਡਵਾਈਸ ਨਹੀਂ ਮੈਂ ਦਿੰਦਾ ਕਿ ਆਹ ਸਟਾਕ ਬਾਏ ਕਰੋ, ਬਟ ਮੈਨੂੰ ਲੱਗਦਾ ਇਹ ਕੰਪਨੀਆਂ ਵਧੀਆ ਸੇਫਟੀ ਦਿੰਦੀਆਂ ਡਿਊਰਿੰਗ ਰਿਸੈਸ਼ਨ ਟਾਈਮ। ਉਸ ਤੋਂ ਬਾਅਦ ਮੈਕਡੋਨਲਡ ਵੀ ਲੋਕੀ 버ਗਰ ਖਾਣਾ ਨਹੀਂ ਛੱਡਦੇ। ਰਿਸੈਸ਼ਨ ਆ ਜਾਏ, ਕੁਛ ਵੀ ਆ ਜਾਏ, ਮੈਕਡੋਨਲਡ ਦਾ ਸਟਾਕ ਵੀ ਬੜਾ ਵਧੀਆ ਹੋਲਡ ਕੀਤਾ ਪਿਛਲੇ 2 ਸਾਲਾਂ ਤੋਂ। ਐਂਡ ਕੋਕਾ ਕੋਲਾ, ਸਾਰੇ ਕਿਤੇ ਕੋਕਾ ਕੋਲਾ ਮਿਲਦੀ ਆ। ਇਹ ਕੰਪਨੀਆਂ ਮੈਚੋਰ ਹੋ ਚੁੱਕੀਆਂ ਹੋਈਆਂ ਆ, ਇਹ ਇੰਨੀ ਤੇਜ਼ੀ ਨਾਲ ਗਰੋ ਨਹੀਂ ਕਰ ਸਕਦੀਆਂ, ਬਟ ਇਹ ਵੈਲਿਊ ਕੰਪਨੀਆਂ ਬਣ ਚੁੱਕੀਆਂ ਹੋਈਆਂ। ਐਂਡ ਇਹਨਾਂ 'ਚ ਇੰਨੀ ਗਰੋਥ ਨਹੀਂ ਹੈਗੀ, ਇੰਨਾ ਤੁਹਾਨੂੰ ਇਹ ਰਿਚ ਨਹੀਂ ਬਣਾਉਗੀਆਂ ਦਿਨੋਂ ਦਿਨ, ਬਟ ਇਹ ਕੰਪਨੀਆਂ ਤੁਹਾਨੂੰ ਸੇਫਟੀ ਦਿੰਦੀਆਂ ਆ ਡਿਊਰਿੰਗ ਬੈਡ ਟਾਈਮਸ, ਰਾਈਟ। ਟੈਕਨੋਲੋਜੀ ਸੈਕਟਰ ਸਾਰਿਆਂ ਨਾਲੋਂ ਜ਼ਿਆਦਾ ਧੱਕਾ ਦਿੰਦਾ ਆ ਰਿਸੈਸ਼ਨ ਦੇ ਟਾਈਮ। ਟੈਕਨੋਲੋਜੀ ਆ, ਸਾਰੇ ਸਟਾਕ ਡਾਊਨ ਆ। ਐਂਡ ਲਗਜ਼ਰੀ ਸੈਕਟਰ, ਰਾਈਟ। ਲਗਜ਼ਰੀ 'ਚ ਕਿਹੜਾ ਆਉਂਦਾ ਆ? ਮਹਿੰਗੇ ਵੋਕੇਸ਼ਨ ਪੈਕੇਜ ਕੰਪਨੀਆਂ, ਕਰੂਜ਼ਸ ਕੰਪਨੀਆਂ, 에ਅਰਲਾਈਨਸ ਕੰਪਨੀਆਂ, ਮਹਿੰਗੇ ਹਾਈ ਐਂਡ ਕਲੋਥਿੰਗ, ਮਹਿੰਗੇ ਰੈਸਟੋਰੈਂਟ, ਉਹਨਾਂ ਨੂੰ ਧੱਕਾ ਵੱਜਦਾ, ਕਿਉਂਕਿ ਸਭ ਤੋਂ ਪਹਿਲਾਂ ਲੋਕੀ ਇਹ ਚੀਜ਼ਾਂ ਤੋਂ ਕੱਟ ਆਫ ਕਰਦੇ ਆ। ਸੋ ਆ ਮੇਰੇ ਫੇਵਰੇਟ ਸਟਾਕ ਆ ਡਿਊਰਿੰਗ ਦ ਰਿਸੈਸ਼ਨ ਟਾਈਮ। ਐਂਡ ਰਿਸੈਸ਼ਨ ਟਾਈਮ ਦੇ ਵਿੱਚ ਹਮੇਸ਼ਾ ਆਪਣੇ ਕੋਲ ਗਾਇਸ 8 ਤੋਂ 10,000 ਕੈਸ਼ ਰੱਖੋ, ਡਿਪੈਂਡਿੰਗ ਔਨ ਕਿ ਤੁਹਾਡੀ ਫੈਮਿਲੀ ਨੂੰ ਕਿੰਨੀ ਨੀਡ ਆ। 6 ਮਹੀਨੇ ਦੀ ਐਮਰਜੈਂਸੀ, ਕਿਉਂਕਿ ਐਮਰਜੈਂਸੀ ਕਦੋਂ ਵੀ ਆ ਸਕਦੀ ਆ। ਇਹ ਨਾ ਹੋਵੇ ਕਿ ਤੁਹਾਡੇ ਸਟਾਕ 40% ਥੱਲੇ ਹੋਣ, 50% ਥੱਲੇ ਹੋਣ, ਐਂਡ ਰਿਸੈਸ਼ਨ ਚੱਲਦਾ ਹੋਵੇ, ਐਂਡ ਤੁਹਾਨੂੰ ਪੈਸਿਆਂ ਦੀ ਲੋੜ ਪੈ ਜੇ, ਐਂਡ ਤੁਹਾਡੇ ਕੋਲ ਪੈਸੇ ਨਾ ਹੋਣ, ਐਂਡ ਤੁਹਾਨੂੰ ਆਪਣੇ ਸਟਾਕ 50% ਘਾਟੇ ਤੇ ਵੇਚਣੇ ਪੈਣ। ਉਸ ਤੋਂ ਵੱਡਾ ਬੈਡ ਡਿਸੀਜਨ ਜ਼ਿੰਦਗੀ ਦਾ ਕੋਈ ਨਹੀਂ ਹੋ ਸਕਦਾ, ਰਾਈਟ। ਸੋ ਹਮੇਸ਼ਾ ਮੇਕ ਸ਼ੋਰ ਕਰੋ ਤੁਹਾਡੇ ਕੋਲ $10,000 ਐਮਰਜੈਂਸੀ ਘੱਟੋ ਘੱਟ ਹੈਗੀ ਹੈ, ਡਿਪੈਂਡ ਔਨ ਯੂਰ ਫੈਮਿਲੀ ਨੀਡ, ਜਾਂ ਘੱਟੋ ਘੱਟ 5-6 ਮਹੀਨਿਆਂ ਦੀ ਫੈਮਿਲੀ ਐਮਰਜੈਂਸੀ ਤੁਹਾਡੇ ਅਕਾਊਂਟ 'ਚ ਪੈਸਾ ਪਿਆ ਆ। ਇਹ ਵੀਡੀਓ ਅਗਰ ਪਸੰਦ ਆਈ ਆ ਰਿਸੈਸ਼ਨ ਦੇ ਰਿਗਾਰਡਿੰਗ ਕਿ ਕਿਸ ਤਰ੍ਹਾਂ ਪਲੇ ਕਰਨਾ ਰਿਸੈਸ਼ਨ ਦੇ ਵਿੱਚ, ਲਾਈਕ ਕਰੋ ਵੀਡੀਓ ਨੂੰ, ਸਬਸਕ੍ਰਾਈਬ ਕਰੋ, ਐਂਡ ਫੋਲੋ ਕਰੋ, ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਗਾਇਸ। ਆਈ ਲਵ ਯੂ ਆਲ। ਐਂਡ ਇਹ ਫਾਈਨੈਂਸ਼ੀਅਲ ਐਡਵਾਈਸ ਨਹੀਂ ਹੈਗੀ, ਇਹ ਮੇਰੀ ਓਨਲੀ ਓਪੀਨੀਅਨ ਆ। ਆਈ ਲਵ ਯੂ ਆਲ। ਓਕੇ, ਥੈਂਕ ਯੂ।